जी सारिਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਿਲੋਂ ਧੰਨਵਾਦ ਆ ਜੀ। ਆਪਣੇ YouTube ਚੈਨਲ ਤੇ 1000 ਸਬਸਕ੍ਰਾਈਬਰ ਪੂਰੇ ਹੋ ਗਏ ਆ ਤੇ ਤੁਹਾਡੀ ਸਪੋਰਟ ਦੇ ਨਾਲ ਪੂਰੇ ਹੋਏ ਆ। ਤੁਹਾਡਾ ਪਿਆਰ ਇੱਦਾਂ ਹੀ ਬਣਾਈ ਰੱਖਿਓ, ਸਪੋਰਟ ਦਿੰਦੇ ਰਹੋ ਜੋ ਕਿ ਆਪਣਾ ਚੈਨਲ ਉੱਪਰ ਜਾਵੇ, ਸਾਰਿਆਂ ਕੋਲ ਗੁਰਬਾਣੀ ਪਹੁੰਚੇ। ਤੇ ਮੈਂ ਪਹਿਲਾਂ ਵੀ ਜੋ ਪਾਰਟਸ ਪਾਏ ਹੋਏ ਆ ਜਪਜੀ ਸਾਹਿਬ ਦੀ ਵਿਆਖਿਆ ਦੇ, ਉਹ ਗਿਆਨੀ ਠਾकुर ਸਿੰਘ ਜੀ ਦੇ ਆ। ਜੋ ਅੱਜ ਅਪਲੋਡ ਕਰ ਰਿਹਾ ਉਹ ਵੀ ਗਿਆਨੀ ਠਾकुर ਸਿੰਘ ਜੀ ਦੀ ਅਪਲੋਡ ਕਰ ਰਿਹਾ। ਜਪਜੀ ਸਾਹਿਬ ਦੀ ਵਿਆਖਿਆ ਦਾ ਆ ਜੋ ਕਿ ਮੈਂ ਇੱਕ ਸੀਰੀਜ਼ ਦੀ ਤਰ੍ਹਾਂ ਅਪਲੋਡ ਕਰ ਰਿਹਾ। ਠੀਕ ਹੈ ਜੀ, ਮੈਂ ਤੁਹਾਨੂੰ ਦੁਬਾਰਾ ਮਿਲਦਾ ਐਂਡ 'ਚ ਜਾ ਕੇ। ਤੁਸੀਂ ਪਹਿਲਾਂ ਵਿਆਖਿਆ ਸੁਣੋ, ਮੈਂ ਤੁਹਾਨੂੰ ਦੁਬਾਰਾ ਮਿਲਦਾ। ਮਹਾਰਾਜ ਕਹਿੰਦੇ ਦੇਖੋ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ, ਕੰਨਾਂ ਨਾਲ ਸੁਣੀ ਜਾਓ। ਅਵਸ਼ ਨਿਸ਼ਚੈ ਕਰਕੇ ਹੀ ਅਸਗਾਹੋ, ਜਿਹੜਾ ਡੂੰਘਾ ਸੰਸਾਰ ਸਮੁੰਦਰ ਹੈ ਇਹ ਹੱਥ ਕ ਜਿੰਨਾ ਹੀ ਡੂੰਘਾ ਰਹਿ ਜਾਣਾ ਤੁਹਾਡੇ ਵਾਸਤੇ। ਦੁਨੀਆ ਵਾਸਤੇ ਬੜਾ ਔਖਾ ਹੈ ਸਮੁੰਦਰ ਤਰਨਾ, ਪਰ ਤੁਹਾਡੇ ਲਈ ਬਹੁਤ ਸੌਖਾ ਹੋ ਜਾਏਗਾ। ਸਾਗਰ ਤਰਿਓ ਬਾਛਰ ਖੋਜ, ਕਿੰਨਾ ਕੁ ਰਹਿ ਜਾਏਗਾ? ਸਾਗਰ ਤਰਿਓ ਬਾਛਰ ਖੋਜ। ਜਿਵੇਂ ਬਛੜੇ ਦੀ ਪੈੜ ਹੁੰਦੀ ਹੈ, ਉਹ ਬਛੜੇ ਦੀ ਪੈਰ ਧਰਤੀ ਉੱਤੇ ਰੱਖਦਾ, ਥੋੜਾ ਜਿਹਾ ਡੂੰਘ ਜਿਹਾ ਪੈ ਜਾਂਦਾ, ਉਹਦੇ ਉੱਤੇ ਜੇ ਪਾਣੀ ਪੈ ਜਾਏ ਤਾਂ ਉਹ ਬੜਾ ਵੱਡਾ, ਕੀੜੀ ਵਾਸਤੇ ਤਾਂ ਉਹੀ ਦਰਿਆ ਬਣ ਜਾਂਦਾ। ਪਰ ਬੰਦਾ ਉਹਦੇ ਉੱਤੋਂ ਸੁਤੇ ਸਿੱਧੀ ਲੰਘ ਜਾਂਦਾ, ਬੱਚੇ ਦੀ ਖੋਜ ਤੋਂ ਭਾਵ ਪੈੜ ਤੋਂ। ਮਹਾਰਾਜ ਕਹਿੰਦੇ ਨੇ ਗੁਰਸਿੱਖ ਨੂੰ ਤਾਂ ਅਸੀਂ ਇਉਂ ਸੰਸਾਰ ਸਾਗਰ ਤੋਂ ਤਾਰ ਦਿੰਦੇ ਹਾਂ ਜਿਵੇਂ ਬੱਚੇ ਦੀ ਪੈੜ ਦੇ ਉੱਪਰੋਂ ਬੰਦਾ ਲੰਘ ਜਾਂਦਾ। ਗੁਰਸਿੱਖ ਨੂੰ ਤਾਂ ਬਹੁਤ ਸੌਖਾ ਤਾਰਦੇ ਸੰਸਾਰ ਸਾਗਰ ਤੋਂ, ਪਰ ਗੁਰਸਿੱਖ ਦਾ ਕੰਮ ਹੈ ਵਾਹਿਗੁਰੂ 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 ਕਰੀ ਜਾਏ। ਜਿਵੇਂ ਭਾਈ ਮਰਦਾਨਾ ਜੀ ਨੇ ਵਾਹਿਗੁਰੂ ਵਾਹਿਗੁਰੂ ਕੀਤਾ, ਸਮੁੰਦਰ ਦੇ ਉੱਤੇ ਤੁਰਨ ਲੱਗ ਪਏ। ਮਹਾਰਾਜ ਜੀ ਜਿਹੜਾ ਅਸਗਾਹ ਬਹੁਤ ਡੂੰਘਾ ਪਰਮਾਤਮਾ ਹੈ, ਸਮੁੰਦਰ ਦੀ ਨਿਆਈ ਗੁਣਾਂ ਦਾ ਸਾਗਰ ਹੈ, ਇਹ ਜੀਵ ਨੂੰ ਕਿਵੇਂ ਪ੍ਰਾਪਤ ਹੋਵੇ? ਮਹਾਰਾਜ ਕਹਿੰਦੇ ਭਾਈ ਇਹ ਵੀ ਨਾਮ ਸੁਣਨ ਨਾਲ ਹੀ ਹੋ ਜਾਂਦਾ। ਹਾਥ ਹੋਵੇ, ਕਹਿੰਦੇ ਜੀਵ ਦੇ ਹੱਥ ਦੇ ਵਿੱਚ ਆ ਜਾਂਦਾ ਪਰਮਾਤਮਾ। ਕਿਵੇਂ? ਕਹਿ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਏ। ਵਾਹਿਗੁਰੂ ਤਾਂ ਇਉਂ ਦਿਖਣ ਲੱਗ ਜਾਂਦਾ ਨੇ ਜਿਵੇਂ ਹੱਥ ਤੇ ਰੱਖੀ ਚੀਜ਼ ਦਿਖਣ ਲੱਗ ਜਾਂਦੀ ਹੈ। ਸੁਣਿਆ ਹਾਥ ਹੋਵੇ ਅਸਗਾਹੁ, ਇਹ ਜਿਹੜਾ ਜੀਵ ਹੈ ਹੱਥ ਕ ਜਿੰਨਾ ਹੈ, ਛੋਟਾ ਜਿਹਾ, 3.5 ਹੱਥ ਇਹਦਾ ਕੱਦ ਹੈ ਸਾਰਾ ਹੀ। ਘਣੀ ਤਾਂ 3.25, ਬਹੁਤਾ ਲੰਮਾ ਹੋ ਕੋਈ 3.25 ਹੱਥ ਹੋਊਗਾ। ਇਹ ਜਿਹੜਾ ਹੱਥ ਕ ਜਿੰਨਾ ਜੀਵ ਹੱਥ ਨਾਲ ਮਿਣਿਆ ਜਾਂਦਾ, ਛੋਟਾ ਜਿਹਾ ਅਲਪਗ ਜਿਹਾ ਜੀਵ ਹੈ, ਜਿਹੜਾ ਨਾਮ ਦੇ ਸ਼ਰਵਣ ਕਰਨੇ ਕਰਕੇ ਇਸ ਗਾਹ ਡੂੰਘਾ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਹਰ ਹਰ ਜੰਦੂ ਏਕ ਹੈ, ਬਿਦ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਨਾਮ ਦਾ ਸ਼ਰਵਣ ਹੈ ਨਾ, ਇਹਦੇ ਨਾਲ ਤਾਂ ਦਰਿਆ ਹੋਵੇ, ਸਮੁੰਦਰ ਹੋਵੇ, ਸੰਸਾਰ ਸਾਗਰ ਹੋਵੇ, ਸਭ ਕੁਝ ਹੀ ਪਾਰ ਹੋ ਜਾਈਦਾ ਹੈ। ਇਹਦੇ ਨਾਲ ਤਾਂ ਬੰਦਾ ਵੀ ਸਮੁੰਦਰ ਸਾਗਰ ਜਿਹੜਾ ਹੈ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਉਹ ਗੁਰੂ ਦਾ ਰੂਪ ਹੀ ਹੋ ਜਾਂਦਾ ਗੁਰਸਿੱਖ ਨਾਮ ਦੇ ਸ਼ਰਵਣ ਕਰਨੇ ਨਾਲ। ਕਿਉਂਕਿ ਮਹਾਰਾਜ ਨੇ ਇਹ ਚੀਜ਼ ਆਪਾਂ ਨੂੰ ਸਮਝ ਲਓ ਸਮਝਾਈ ਇਸ ਤਰ੍ਹਾਂ ਹੈ, ਜਿਵੇਂ ਮਹਾਤਮਾ ਜਨ ਕਹਿੰਦੇ ਨੇ ਸਾਰ ਕਿਤਾਬਲੀ ਵਾਲੇ ਪੰਡਤ ਗੁਲਾਬ ਸਿੰਘ ਜੀ ਕਿ ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰੋ ਜਾਨ। ਪਾਰਸ ਦੇ ਵਿੱਚ ਤੇ ਸੰਤਾਂ ਵਿੱਚ ਬਹੁਤ ਫਰਕ ਹੁੰਦਾ। ਵਹ ਲੋਹਾ ਕੰਚਨ ਕਰੇ ਵਹ ਕਰੇ ਆਪ ਸਮਾਨ। ਉਹ ਜਿਹੜਾ ਲੋਹਾ ਹੈ, ਪਾਰਸ ਦੀ ਵੱਟੀ ਲੋਹੇ ਨੂੰ ਲਾਓ ਉਹ ਸੋਨਾ ਬਣ ਜਾਂਦੀ ਹੈ। ਪਾਰਸ ਕਿਸੇ ਨੂੰ ਪਾਰਸ ਨਹੀਂ ਬਣਾ ਸਕਦਾ। ਪਾਰਸ ਦੂਜੇ ਨੂੰ, ਲੋਹੇ ਨੂੰ, ਜਾਂ ਇਹ ਜਿਹੜੀਆਂ ਧਾਤਾਂ ਨੇ 7 ਇਹਨਾਂ ਨੂੰ ਸੋਨਾ ਬਣਾ ਦਿੰਦਾ। ਪਰ ਸੰਤ ਮਹਾਤਮਾ ਦੇ ਕੋਲ ਜਿਹੜਾ ਵੀ ਰਹਿਣ ਲੱਗ ਜਾਂਦਾ ਹੈ, ਉਹਨੂੰ ਸੰਤ ਹੀ ਬਣਾ ਦਿੰਦੇ ਨੇ। ਗੁਰੂ ਦੇ ਕੋਲ ਬੈਠਣ ਵਾਲਾ ਗੁਰਸਿੱਖ ਹੌਲੀ 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 ਗੁਰੂ ਦਾ ਰੂਪ ਹੀ ਬਣ ਜਾਂਦਾ ਹੈ। ਉਹਨਾਂ ਦੋਨਾਂ 'ਚ ਕੋਈ ਫਰਕ ਹੀ ਨਹੀਂ ਰਹਿੰਦਾ।
ਗੁਰੂ ਰੂਪ ਹੋ ਜਾਂਦਾ। ਬਾਬਾ ਬੁੱਢਾ ਜੀ ਗੁਰੂ ਰੂਪ ਬਣ ਗਏ। ਗੁਰੂ ਅੰਗਦ ਦੇਵ ਜੀ ਕੋਲ ਰਹਿੰਦਿਆਂ ਗੁਰੂ ਅੰਗਦ ਦੇਵ ਜੀ ਬਣ ਗਏ। ਬਾਬਾ ਲਹਿਣਾ ਤੋਂ ਬਦਲ ਗਏ। ਸੋ ਮਹਾਰਾਜ ਦੇ ਕੋਲ ਅਨੇਕਾਂ ਗੁਰਸਿੱਖ ਰਹੇ ਨੇ ਤੇ ਅਨੇਕਾਂ ਹੀ ਗੁਰੂ ਦਾ ਰੂਪ ਹੋਏ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਉਹ ਗੁਰੂ ਦਾ ਰੂਪ ਹੀ ਬਣ ਜਾਂਦੇ ਨੇ ਜਿਹੜੇ ਗੁਰੂ ਦੇ ਕੋਲ ਰਹਿੰਦੇ ਨੇ। ਤੇ ਸਤਿਗੁਰੂ ਜੀ ਗੁਰਸਿੱਖ ਨੂੰ ਗੁਰਸਿੱਖ ਨਹੀਂ ਬਣਾਉਂਦੇ। ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਆਪਾਂ ਨੂੰ ਇਹ ਪਦਵੀ ਨਹੀਂ ਦਿੱਤੀ ਕਿ ਤੁਸੀਂ ਮੇਰੇ ਚੇਲੇ ਹੋ, ਥੱਲੇ ਬੈਠੋ ਬਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਗੁਰਸਿੱਖ ਮੇਰੇ ਨਾਲੋਂ ਵੀ ਉੱਚਾ ਹੈ। ਆਪਾਂ ਨੂੰ ਤਾਂ ਬੜੀ ਵੱਡੀ ਪਦਵੀ ਦੇਤੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਇਹ ਜਿਹੜਾ ਖਾਲਸਾ ਨਾ ਇਹ ਮੇਰਾ ਸਤਿਗੁਰੂ ਹੈ। ਕਹਿੰਦੇ ਮੈਂ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਬੜੀ ਵੱਡੀ ਬਖਸ਼ਿਸ਼ ਆਪਣੇ ਤੇ ਸੁਣਿਆ ਹਾਥ ਹੋਵੇ ਅਸਗਾਹ। ਨਾਮ ਦੀ ਸਰਵਣ ਦੀ ਸ਼ਕਤੀ ਹੈ, ਸਾਰੀ ਸੁਣ ਕੇ ਹੀ ਕੰਮ ਸ਼ੁਰੂ ਹੋਣਾ ਹੈ। ਇਸ ਕਰਕੇ ਕਾਹਲੀ ਮਤ ਕਰੋ। ਕਾਹਲੀ ਕਰਨ ਵਿੱਚ ਕੋਈ ਫਾਇਦਾ ਨਹੀਂ ਹੈ। ਟਿਕਾ ਦੇ ਨਾਲ ਜਿੰਨੀ ਬਾਣੀ ਪੜ੍ਹ ਸਕੋ ਪੜ੍ਹ ਕੇ, ਵਿਚਾਰ ਕੇ, ਸੁਣ ਕੇ, ਕੰਨਾਂ ਨਾਲ ਸੁਣਨ ਦੇ ਮਹਾਤਮ ਨੂੰ ਸਮਝੋ। ਬਸ ਜਿਨ੍ਹਾਂ ਨੂੰ ਸ਼ਰਵਣ ਦਾ ਮਹਾਤਮ ਪਤਾ ਲੱਗ ਗਿਆ ਉਹਨਾਂ ਜੀਵਾਂ ਦੀ ਕਲਿਆਣ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਗਾਸ। ਗਾਸ ਖੇੜੇ ਨੂੰ ਕਹਿੰਦੇ ਨੇ। ਵਾਹ ਵਿਸ਼ੇਸ਼ ਕਰਕੇ ਗਾਸ ਖੇੜਾ ਵਿਗਾਸ ਹੋ ਜਾਂਦਾ। ਵਿਸ਼ੇਸ਼ ਖੇੜਾ। ਖੇੜਾ ਤਾਂ ਸਧਾਰਨ ਹੈ, ਵਿਸ਼ੇਸ਼ ਖੇੜਾ ਪਰਮੇਸ਼ਰ ਦੇ ਨਾਮ ਦਾ। ਸੁਣਿਆ ਦੁਖ ਪਾਪ ਕਾ ਨਾਸ। ਫਿਰ ਨਾਮ ਦੇ ਸ਼ਰਵਣ ਕਰਨੇ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਸੁਤੇ ਸਿੱਧੀ ਹੁੰਦਾ ਰਹਿੰਦਾ। ਵਾਹਿਗੁਰੂ 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 ਗੁਰਬਾਣੀ ਦਾ ਸੁਣੀ ਜਾਣਾ, ਇੱਕ ਮਿੱਕ ਹੋ ਜਾਣਾ, ਸੁਰਤੀ ਹੋਰ ਕਿਤੇ ਜਾਣੀ ਨਾ ਜਿਨ੍ਹਾਂ ਦੀ, ਗੁਰਬਾਣੀ ਅੰਦਰ ਲੀਨ ਹੋ ਜਾਣਾ। ਇਹ ਤਾਂ ਇੰਨੀ ਵੀ ਸੁਰਤੀ ਹੋ ਜਾਂਦੀ ਹੈ ਜਦ ਭਾਈ ਮਰਦਾਨਾ ਜੀ ਕੀਰਤਨ ਕਰਦੇ। ਕਈ ਵਾਰੀ ਗੁਰੂ ਨਾਨਕ ਦੇਵ ਜੀ ਫਿਰ ਲੀਨ ਹੋ ਜਾਂਦੇ ਬ੍ਰਹਮ ਦੇ ਵਿੱਚ ਵਾਪਸ। ਜਦ ਭਾਈ ਮਰਦਾਨੇ ਅੱਖਾਂ ਖੋਲ੍ਹਣੀਆਂ ਮਹਾਰਾਜ ਕਿੱਧਰ ਚਲੇ ਗਏ, ਫਿਰ ਬੇਨਤੀਆਂ ਕਰਨੀਆਂ, ਫਿਰ ਮਹਾਰਾਜ ਨੇ ਪ੍ਰਗਟ ਹੋ ਜਾਣਾ। ਮਹਾਰਾਜ ਜੀ ਆਪ ਜੀ ਕਿੱਧਰ ਚਲੇ ਗਏ ਸੀ? ਕਹਿੰਦੇ ਮਰਦਾਨਿਆਂ ਇੰਨੇ ਲੀਨ ਹੋ ਗਏ ਕਿ ਵਿੱਚ ਹੀ ਚਲੇ ਗਏ ਉਹਦੇ। ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਵਾਲਾ ਤਾਂ ਕੰਮ ਵੱਖਰਾ ਹੈ। ਮਹਾਰਾਜ ਤਾਂ ਜਲ ਰੂਪ ਹੋ ਜਾਂਦੇ ਸੀ, ਕਈ ਵਾਰੀ ਦਰਵੀ ਭੂਤ ਹੋ ਜਾਂਦੇ। ਬਈ ਕਿਵੇਂ ਹੋ ਜਾਂਦੇ ਨੇ ਦਰਵੀ ਭੂਤ? ਕਈ ਵਾਰੀ ਗੁਰਬਾਣੀ ਪੜ੍ਹਦਿਆਂ ਕਈ ਬੰਦਿਆਂ ਦੀਆਂ ਅੱਖਾਂ ਵਿੱਚੋਂ ਅੱਥਰੂ ਆਈ ਜਾਂਦੇ ਨੇ, ਉਹ ਦਰਵੀ ਭੂਤ ਹੋ ਗਿਆ। ਇੱਥੇ ਤਾਂ ਗੁਰੂ ਨਾਨਕ ਦੇਵ ਜੀ ਸਾਰੇ ਹੀ ਜਲ ਰੂਪ ਹੋ ਗਏ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਲ ਰੂਪ ਹੋ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ। ਤੇ ਕਹਿੰਦੇ ਮਰਦਾਨਾ ਭਾਈ ਮਹਾਰਾਜ ਇਹ ਜਿਹੜਾ ਇੱਥੇ ਜਲ ਹੁਣ ਪਿਆ ਹੈ ਇਹਦਾ ਕੀ ਬਣੇਗਾ? ਕਹਿੰਦੇ ਮਰਦਾਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਬਣੇਗਾ। ਇਹ ਅੰਮ੍ਰਿਤ ਜਲ ਉਦੋਂ ਪ੍ਰਗਟ ਹੋਏਗਾ ਇੱਥੇ, ਹੁਣ ਇਹ ਅਲੋਪ ਹੋ ਜਾਏਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਨਾਮ ਅੰਮ੍ਰਿਤ ਦਾ ਸਰੋਵਰ ਬਣਾਇਆ ਸ੍ਰੀ ਹਰਿਮੰਦਰ ਸਾਹਿਬ। ਸ਼ਬਦ ਕਰਕੇ ਬਣਿਆ ਹਰਿਮੰਦਰ ਸਾਹਿਬ। ਬੜੀ ਡੂੰਘੀ ਥਿਊਰੀ ਹੈ ਮਹਾਰਾਜ ਦੀ। ਸ਼ਬਦ ਕਰਕੇ ਹਰਿਮੰਦਰ ਸਾਹਿਬ, ਸ਼ਬਦ ਦੇ ਨਾਲ ਜਲ ਬਣਾਤਾ। ਕਿਉਂਕਿ ਸ਼ਬਦ ਨੇ ਤਾਂ ਸ੍ਰਿਸ਼ਟੀ ਰਚੀ ਹੈ, ਇਸ ਕਰਕੇ ਤੇ ਕੋਈ ਕਿੰਤੂ ਨਹੀਂ ਆਪਾਂ ਨੂੰ। ਸ਼ਬਦ ਨਾਲ ਜਲ ਕਿਵੇਂ ਬਣ ਗਿਆ? ਸ਼ਬਦ ਨੇ ਤਾਂ 5 ਤੱਤ ਬਣਾਏ ਨੇ ਕਿ ਤੁਸੀਂ ਇਕੱਲੇ ਜਲ ਨੂੰ ਕਹਿੰਦੇ ਹੋ। ਮਹਾਰਾਜ ਕਹਿੰਦੇ ਜੇ ਨਾਮ ਨੂੰ ਸਰਵਣ ਕਰਦਾ ਰਹੇ, ਸਰਵਣ ਕਰਦਿਆਂ ਹੌਲੀ ਹੌਲੀ ਦੁੱਖਾਂ ਅਤੇ ਪਾਪਾਂ ਦਾ ਨਾਸ ਹੀ ਹੋ ਜਾਂਦਾ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਜਿਹੜੇ ਮੰਨਣ ਕਰਨ ਵਾਲੇ ਨੇ, ਚਾਹੇ ਉਹ ਬਚਨ ਨੂੰ ਮੰਨਦੇ ਨੇ, ਚਾਹੇ ਉਹ ਨਾਮ ਨੂੰ ਮੰਨਦੇ ਨੇ, ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨਿਆ ਹੈ
ਉਹਨਾਂ ਦੀ ਜਿਹੜੀ ਗਤ ਅਵਸਥਾ ਹੈ, ਉਹਨਾਂ ਦੀ ਗਤ ਗਿਆਨ ਦੀ ਅਵਸਥਾ ਹੈ, ਉਹਨਾਂ ਦੀ ਜਿਹੜੀ ਗਤ ਚਾਲ ਹੈ, ਉਹਨਾਂ ਦੀ ਜਿਹੜੀ ਗਤ ਰੀਤੀ ਤੇ ਮਰਿਆਦਾ ਹੈ, ਉਸ ਨੂੰ ਕੋਈ ਕਹਿ ਨਹੀਂ ਸਕਦਾ। ਮੰਨਣ ਕੀਤਾ ਪੰਜਵੇਂ ਪਾਤਸ਼ਾਹ ਨੇ ਬਚਨ, ਚੌਥੇ ਪਾਤਸ਼ਾਹ ਨੇ ਕੀਤਾ ਕਿ ਤੁਸੀਂ ਆਪਣੇ ਤਾਇਆ ਜੀ ਦੇ ਸਪੁੱਤਰ ਦੇ ਵਿਵਾਹ ਕਾਰਜ ਵਿੱਚ ਜਾਣਾ। ਹੁਣ ਇਹਦੇ ਲਈ ਬਚਨ ਨਹੀਂ ਮੰਨਿਆ ਪਿਰਥੀਏ ਨੇ, ਇਹਦੇ ਲਈ ਬਚਨ ਨਹੀਂ ਮੰਨਿਆ ਮਹਾਦੇਵ ਜੀ ਨੇ, ਇਹਦੇ ਲਈ ਬਚਨ ਮੰਨਿਆ ਪੰਜਵੇਂ ਪਾਤਸ਼ਾਹ ਨੇ। ਲਾਹੌਰ ਰਹੇ 2 ਸਾਲ ਤੱਕ, ਬੁਲਾਇਆ ਨਾ, ਚਿੱਠੀ ਭੇਜੀ, ਫਿਰ ਦੂਜੀ, ਫਿਰ ਤੀਜੀ। तो उस वक्त जब चिट्ठी भेजी, चौथी चिट्ठी फिर महाराज ने मिली, जाके तीसरी फिर महाराज ने बुलाया, बचन मन्निया, मनन करके गुरता गद्दी पाई। जिन्हां जिन्हां ने बचन मन्निया है, भाई जीवन होया है 7वें पातशाह वेले करतारपुर साहब 1712 दे विच जोड़ मेला मनाया सी महाराज जी ने। उत्थे बड़े इकट्ठ विच एक ब्राह्मण का लड़का चढ़ाई करे, वो चक के लिया अपने लड़के नूं, लिया के उन्हें दरवाजे च पाता। महाराज अगे रोन लग पिया, महाराज इहनूं राजी करो। सतगुरु महाराज कहने भाई परालब्ध हुंदी बंदा चढ़ाई कर गया, बस हुण राजी की करना इहनूं, ਇਹਨੂੰ महाराज जी जिउंदा करो। महाराज कहते ना भाई, कुदरत के असूलों को आप तोड़ नहीं सकते। हुण जिहड़े मूहरे मूहरे बैठे सी, 4 मूहरलियां कतारां च बंदे खास खास महाराज दे बहुता नेड़े समझते अपने आप नूं, वो जी 5-7 जाने महाराज कर दो जी, चलो जिउंदा कर दो जी, सिफारिशां लागे करन। महाराज 7वें पातशाह कहते अच्छा भाई जे जिउंदा करना फिर इउं करो, थोड़े चो एक जाना शरीर छड़ दिओ, आपां ब्राह्मण का लड़का जिउंदा करना। फिर नीवियां पा लियां। फिर महाराज ने एक घड़ी तक चुप रखी। फिर महाराज कहते हाँ भाई कोई शरीर छड्डेगा। फिर एक घड़ी तक चुप छाई रही, सब नीवियां पै गईयां। इन्हें नूं पिछले पासे बैठा सी भाई भगतू दा पुत्र भाई जीवन। उन्हें सोचा भी जे महाराज ने 3 वचन करते, कोई ना उठिया, ये बड़ी बदनामी वाली गल है। थोड़ी देर बाद महाराज ने फिर कहा क्यों भाई कोई उठेगा, कोई देगा अपना सिर। भाई जीवन चुप करके पिछले दरवाजे निकल गया, उठ के जाके इशनान करके अपना शरीर छड़ता, जपजी साहब का पाठ करके। ब्राह्मण का लड़का जिउंदा हो गया। महाराज एकदम उठ के खड़े हो गए, कहने किहड़े मेरे प्यारे गुरसिख ने शरीर छड्डिया, किहने मेरा वचन मन्निया, कौन आ वो, कौन उठ के गया इत्थों। सारिਆਂ ਨੂੰ ਪੁੱਛਿਆ, ਪਹਿਰੇਦਾਰ ਨੂੰ ਪੁੱਛਿਆ। पिछला पहरेदार कहता इत्थों हुणे भाई भगतू का सपुत्र भाई जीवन उठ के गया। महाराज सच्चे पातशाह कहने ब्राह्मण असीं अपना पुत मार के तेरा पुत जिउंदा कीता, वो मेरा पुत्र चढ़ाई कर गया, ਇਹਦੀਆਂ ਸਾਰੀਆਂ ਕੁਲਾਂ ਹੀ ਧਰ ਜਾਣਗੀਆਂ। ਕੁੱਲ ਹੀ ਕੁਲਾਂ ਤਾਰ ਦਿੱਤੀਆਂ ਉਹਦੀਆਂ। ਇੰਨਾ ਵੱਡਾ ਵਾਰ ਨਹੀਂ ਕਿਸੇ ਨੂੰ ਦਿੱਤਾ। ਕਹਿਣਗੇ ਤੇਰੀਆਂ 21 ਕੁਲਾਂ ਤਰਨ। ਬਾਬਾ ਮੋਹਰੀ ਜੀ ਨੂੰ ਕਿਹਾ ਸੀ ਤੀਜੇ ਪਾਤਸ਼ਾਹ ਨੇ ਤੇਰੀਆਂ 42 ਕੁਲਾਂ ਤਰਨਗੀਆਂ। ਇੱਥੇ ਕਹਿਤਾ ਤੇਰੀਆਂ ਸਾਰੀਆਂ ਕੁਲਾਂ ਹੀ ਤਰਨਗੀਆਂ। ਕਿਉਂ? ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਮੰਨਣ ਕੀਤਾ ਉਹਨਾਂ ਦੀ ਗਤ ਅਵਸਥਾ ਚਾਲ ਮਰਿਆਦਾ, ਉਹਨਾਂ ਦੀ ਕੋਈ ਵੀ ਗੱਲਬਾਤ ਨੂੰ ਆਪਾਂ ਕਹਿ ਨਹੀਂ ਸਕਦੇ। ਮੰਨਣ ਕਰਨ ਵਾਲੇ ਪਰੇ ਤੋਂ ਪਰੇ ਪਏ ਨੇ। ਮੰਨਿਆ ਹੈ 5 ਪਿਆਰਿਆਂ ਨੇ। ਇੱਕ ਸਿਰ ਦੀ ਲੋੜ ਹੈ, ਇੱਕ ਸਿੱਖ ਦਾ ਸਿਰ ਚਾਹੀਦਾ।
ਮੰਨੇ ਕੀ ਗਤ ਕਹੀ ਨਾ ਜਾਏ। ਪੰਜਾਂ ਨੇ ਖੜੇ ਹੋ ਕੇ ਵਾਰੀ-ਵਾਰੀ ਸਿਰ ਦਿੱਤੇ ਆਪਣੇ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਮੇਰਾ ਬਚਨ ਮੰਨ ਲਿਆ ਉਹਨਾਂ ਦੀ ਗਤ ਅਵਸਥਾ ਨੂੰ ਕੋਈ ਕਹਿ ਨਹੀਂ ਸਕੇਗਾ। ਜਿਹੜਾ ਮੇਰਾ ਬਚਨ ਮੰਨ ਕੇ ਜਿਵੇਂ ਮੈਂ ਕਿਹਾ ਹੈ ਦੁਨੀਆ ਦੀ ਕਾਨ ਕਰੋੜ ਛੱਡ ਕੇ ਜਿਹੜਾ ਅੰਮ੍ਰਿਤ ਛਕ ਲਏਗਾ, ਮਰਿਆਦਾ 'ਚ ਆ ਜਾਏਗਾ, ਬਾਣੀ ਪੜ੍ਹੀ ਜਾਏਗਾ, ਮੇਰੇ ਦੱਸੇ ਹੋਏ ਸਾਰੇ ਅਸੂਲਾਂ ਦੇ ਉੱਤੇ ਪਹਿਰਾ ਦੇਵੇਗਾ, ਉਹਨਾਂ ਦੀ ਇੰਨੀ ਉੱਚੀ ਅਵਸਥਾ ਹੋ ਜਾਏਗੀ ਕੋਈ ਉਹਨਾਂ ਦੀ ਅਵਸਥਾ ਨੂੰ ਦੱਸ ਨਾ ਸਕੇਗਾ, ਕਹਿ ਨਾ ਸਕੇਗਾ ਕਿ ਕਿੰਨੀ ਕੁ ਉੱਚੀ ਅਵਸਥਾ ਹੈ। ਜੇ ਕੋ ਕਹੈ ਪਿਛੈ ਪਛਤਾਏ, ਜੇ ਕੋਈ ਕਹੇਗਾ ਉਹਨਾਂ ਦੀ ਅਵਸਥਾ ਨੂੰ ਕਿ ਇਹਦੀ ਇੰਨੀ ਕੁ ਅਵਸਥਾ, ਇਹਦੀ ਇੰਨੀ ਕੁ ਅਵਸਥਾ ਹੈ, ਬਾਅਦ ਵਿੱਚ ਉਹਦੇ ਪੱਲੇ 'ਚ ਪਛਤਾਵਾ ਹੀ ਰਹਿ ਜਾਏਗਾ। ਜੇ ਕੋ ਕਹੈ ਪਿਛੈ ਪਛਤਾਏ, ਪਛਤਾਉਣਾ ਰਹਿ ਜਾਏਗਾ ਉਹਦੇ ਪੱਲੇ 'ਚ। ਪਛ ਇੱਕ ਛੱਛਾ ਮੁਕਤਾ ਹੈ, ਪਛਤਾਏ, ਇਹ ਪਛ ਨਹੀਂ ਹੈ, ਇਹ ਛੱਛੇ ਔਂਕੜ ਹੈ, ਪਛਤਾਏ। ਜੇ ਕੋਈ ਉਹਨਾਂ ਦੀ ਅਵਸਥਾ ਨੂੰ ਕਹਿੰਦਾ ਬਾਅਦ ਵਿੱਚ ਪਛਤਾਉਣਾ ਪੈਂਦਾ ਉਹਨੂੰ ਕਿ ਬਈ ਇਹਨਾਂ ਦੀ ਅਵਸਥਾ ਤਾਂ ਬਹੁਤ ਉੱਚੀ ਹੈ, ਇੰਨੀ ਅਵਸਥਾ ਤਾਂ ਕਿਸੇ ਦੀ ਉੱਚੀ ਹੋ ਹੀ ਨਹੀਂ ਸਕਦੀ। ਕਿਉਂਕਿ ਅਵਸਥਾ ਨੇ ਤਾਂ ਆਪਣੇ ਅੰਦਰ ਅੰਦਰ ਬਣਨਾ। ਬਾਹਰੋਂ ਦੇਖਣ ਨੂੰ ਤਾਂ ਉਹੀ ਲੱਤਾਂ ਬਾਹਾਂ ਦਿਖਦੀਆਂ, ਸਰੀਰ ਦਿਖਦਾ, ਬਾਹਰੋਂ ਦੇਖਣ ਨੂੰ ਬੰਦੇ ਦਾ ਪਤਾ ਨਹੀਂ ਲੱਗਦਾ, ਪਰ ਅਵਸਥਾ ਉਹਦੀ ਇੰਨੀ ਉੱਚੀ ਹੋ ਜਾਂਦੀ ਹੈ ਕਿ ਇੱਕ ਛਿਨ ਵਿੱਚ ਅੱਖਾਂ ਮੀਚ ਕੇ ਸੱਚਖੰਡ ਅੱਖਾਂ ਖੋਲ੍ਹਦਾ ਤੇ ਇਸ ਦੁਨੀਆ ਵਿੱਚ। ਇੰਨੀ ਉੱਚੀ ਅਵਸਥਾ ਮਹਾਰਾਜ ਨੂੰ ਦਿੰਦੇ ਨੇ। ਮਹਾਰਾਜ ਜੇ ਅਵਸਥਾ ਕਹੀ ਨਹੀਂ ਜਾਂਦੀ, ਚਲੋ ਕਹਿਣੀ ਔਖੀ ਹੁੰਦੀ ਹੈ ਤਾਂ ਆਪਾਂ ਲਿਖ ਕੇ ਦੇਖ ਲੈਂਦੇ। ਲਿਖ ਕੇ ਤਾਂ ਬੰਦੇ ਦਾ ਹੌਲੀ ਹੌਲੀ ਭੇਦ ਪੈ ਹੀ ਜਾਂਦਾ। ਕਾਗਦ ਕਲਮ ਨਾ ਲਿਖਣ ਹਾਰ, ਮਹਾਰਾਜ ਕਹਿੰਦੇ ਜੇ ਕਲਮ ਦਵਾਤ ਲੈ ਕੇ ਕਾਗਜ਼ ਲੈ ਕੇ ਲਿਖਣ ਲੱਗ ਜਾਈਏ, ਲਿਖਦਿਆਂ ਲਿਖਦਿਆਂ ਸ਼ਾਹੀ ਮੁੱਕ ਜਾਏਗੀ, ਕਲਮਾਂ ਘਸ ਜਾਣਗੀਆਂ, ਬੰਦਾ ਮਰ ਜਾਏਗਾ। ਪਰ ਰੱਬ ਦੇ ਪਿਆਰਿਆਂ ਦੀ ਅਵਸਥਾ ਨੂੰ ਕੋਈ ਲਿਖ ਨਹੀਂ ਸਕਦਾ, ਕਿਉਂਕਿ ਭਲਿਓ ਲੋਕੋ ਰੱਬ ਦਾ ਪਿਆਰਾ ਰੱਬ ਦਾ ਰੂਪ ਹੀ ਬਣ ਜਾਂਦਾ। ਜਦ ਰੱਬ ਦਾ ਕੋਈ ਅੰਤ ਨਹੀਂ, ਫਿਰ ਉਹਦੇ ਪਿਆਰਿਆਂ ਦਾ ਅੰਤ ਕਿਵੇਂ ਪਾ ਲਓਗੇ ਤੁਸੀਂ? ਇਸ ਕਰਕੇ ਨਾ ਕਾਗਜ਼ ਨਾ ਕਲਮ, ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬੰਨ ਲਾਏ। ਕਬੀਰ ਜੀ ਕਹਿੰਦੇ ਮੈਂ 7 ਸਮੁੰਦਰਾਂ ਦੀ ਸ਼ਾਹੀ ਲੈ ਕੇ ਪੂਰੀ ਧਰਤੀ ਦੇ ਦਰਖਤਾਂ ਦੀਆਂ ਕਲਮਾਂ ਬਣਾ ਕੇ ਜੇ ਰੱਬ ਦਾ ਜਸ ਲਿਖਣ ਲੱਗਾ ਤਾਂ ਵੀ ਘੱਟ। 10ਵੇਂ ਪਾਤਸ਼ਾਹ ਕਹਿੰਦੇ ਗਣੇਸ਼ ਸਭ ਤੋਂ ਤੇਜ਼ ਲਿਖਾਰੀ ਹੈ। ਜੇ ਗਣੇਸ਼ ਜੀ ਨੂੰ ਲਿਖਾਰੀ ਲਾ ਕੇ ਕਰੋੜਾਂ ਸਾਲ ਲਿਖਾਉਂਦਾ ਰਹਾ ਤਾਂ ਵੀ ਵਾਹਿਗੁਰੂ ਦਾ ਜਸ ਨਹੀਂ ਲਿਖਿਆ ਜਾਂਦਾ, ਤਾਂ ਵੀ ਰੱਬ ਦੇ ਪਿਆਰਿਆਂ ਦੀ ਮਹਿਮਾ ਲਿਖਣੀ ਪਰੇ ਤੋਂ ਪਰੇ ਹੈ, ਉਹਨਾਂ ਦਾ ਕੋਈ ਅੰਤ ਨਹੀਂ ਹੈ। ਆਪਾਂ ਨੂੰ ਸਮਝਾਉਂਦੇ ਨੇ ਕਿ ਭਾਈ ਮੰਨਣ ਕਰਿਆ ਕਰੋ। ਮੰਨਣ ਜਿਹਦਾ ਹੈ ਬਹੁਤ ਵੱਡੀ ਬਖਸ਼ਿਸ਼ ਹੈ, ਇਹ ਕਿਤੇ ਛੋਟੀ ਜੀ ਗੱਲ ਨਹੀਂ ਮੰਨਣ ਕਰਨਾ। ਮੰਨੇ ਕਾ ਬਹਿ ਕਰਨ ਵਿਚਾਰ, ਮੰਨਣ ਕਰਨ ਵਾਲੇ ਬੰਦੇ ਦਾ ਬਹਿ ਕੇ ਸਤ ਸੰਗਤ ਵਿੱਚ ਵਿਚਾਰ ਕਰਦੇ ਨੇ। ਇੱਕ ਥਾਂ ਹੀ ਹੈ ਜਿੱਥੇ ਮੰਨਣ ਕਰਨ ਵਾਲੇ ਦਾ ਵਿਚਾਰ ਹੋ ਸਕਦਾ ਹੈ। ਜਿਨ੍ਹਾਂ ਦਾ ਬਹਿ ਗਿਆ ਮਨ, ਬੈਠ ਗਿਆ, ਇਸਤਤ ਹੋ ਗਿਆ, ਟਿਕ ਗਿਆ ਹੈ, ਉਹਨਾਂ ਦਾ ਵਿਚਾਰ ਜਿਹੜਾ ਹੈ ਮੰਨਣ ਕਰਨ ਵਾਲਿਆਂ ਦਾ, ਉਹ ਸਿਰਫ ਸਤ ਸੰਗਤ ਵਿੱਚ ਬੈਠ ਕਰਕੇ ਹੀ ਆਪਾਂ ਵਿਚਾਰ ਕਰ ਸਕਦੇ ਹਾਂ। ਹੋਰ ਕੋਈ ਸਥਾਨ ਨਹੀਂ ਜਿੱਥੇ ਬਹਿ ਕੇ ਆਪਾਂ ਮੰਨਣ ਕਰਨ ਵਾਲਿਆਂ ਦਾ ਵਿਚਾਰ ਕਰ ਸਕੀਏ, ਕਿਉਂਕਿ ਜਿਨ੍ਹਾਂ ਨੇ ਮੰਨਣ ਕੀਤਾ ਹੈ ਉਹਨਾਂ ਦਾ ਤਾਂ ਕੋਈ ਟਿਕਾਣਾ ਹੀ ਨਹੀਂ, ਕੋਈ ਅੰਤ ਨਹੀਂ ਹੈ। ਉਹਨਾਂ ਦਾ ਵਿਚਾਰ ਆਪਾਂ ਕਿੱਥੋਂ ਕਰ ਸਕਦੇ ਹਾਂ? ਉਹਦੇ ਵਿੱਚ ਇੱਕ ਪੰਕਤੀ ਮਹਾਰਾਜ ਨੇ ਜਿਵੇਂ ਲਿਖੀ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਅੰਦਰਲੀ ਅਵਸਥਾ ਨੂੰ ਜਾਂ ਤਾਂ ਬ੍ਰਹਮ ਗਿਆਨੀ ਜਾਣਦਾ ਹੈ ਜਾਂ ਕੋਈ ਦੂਸਰਾ ਬ੍ਰਹਮ ਗਿਆਨੀ ਜਾਣਦਾ, ਉਹਨੂੰ ਪਤਾ ਉਹਦੀਆਂ ਖੇਡਾਂ ਦਾ। ਦੂਸਰੇ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ
ਕਿ ਕੀ ਹੋ ਰਿਹਾ ਸ੍ਰਿਸ਼ਟੀ ਦੇ ਉੱਤੇ। ਬ੍ਰਹਮ ਗਿਆਨੀ ਜਦੋਂ ਆਪਣਾ ਬਚਨ ਕਰਦੇ ਨੇ, ਕੋਲ ਬੈਠ ਜਾਣਗੇ, ਇੱਕ ਦੂਜੇ ਦੇ ਕੋਲ ਬੈਠੇ ਰਹਿਣਗੇ ਸਮਾਧੀਆਂ ਲਾ ਕੇ, ਫਿਰ ਉੱਠ ਜਾਣਗੇ 15-20 ਮਿੰਟ, ਅੱਧਾ ਘੰਟਾ ਲਾ ਕੇ। ਬਾਅਦ ਵਿੱਚ ਆਪਾਂ ਕਹਾਂਗੇ ਇਹਨਾਂ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਆਪਸ ਵਿੱਚ, ਪਰ ਮੰਨੇ ਕੀ ਗਤ ਕਹੀ ਨਾ ਜਾਏ। ਉਹਨਾਂ ਦੀ ਅਵਸਥਾ ਨੂੰ ਕੌਣ ਕਹਿ ਸਕਦਾ ਵੀ ਉਹਨਾਂ ਤਾਂ ਅੰਦਰ ਅੰਦਰ ਗੱਲ ਕਰ ਵੀ ਲਈ ਆਪਣੀ। ਉਹ ਤਾਂ ਆਪਣੀ ਗੱਲ ਨੂੰ ਅੰਦਰ ਅੰਦਰ ਹੀ ਕਰ ਲੈਂਦੇ ਇੱਕ ਦੂਸਰੇ ਨਾਲ। ਇਸ ਕਰਕੇ ਇਹਨਾਂ ਦੀ ਅਵਸਥਾ ਜਿਹੜੀ ਹੈ ਮੰਨਣ ਕਰਨ ਵਾਲਿਆਂ ਦੀ, ਨਾ ਕੋਈ ਕਹਿ ਸਕਦਾ ਸੰਗਤ ਵਿੱਚ ਬਹਿ ਕੇ ਵਿਚਾਰ ਕਰ ਸਕਦੇ ਆ, ਉਹ ਵੀ ਪੂਰੀ ਨਹੀਂ। ਸੰਗਤ ਵਿੱਚ ਬਹਿ ਕੇ ਬਾਬਾ ਬੁੱਢਾ ਜੀ ਦੀ ਵਿਚਾਰ ਕਰਦੇ ਆ, ਉਹ ਵੀ ਆਪਾਂ ਕਰ ਨਹੀਂ ਸਕਦੇ ਪੂਰੀ। ਭਾਈ ਬਿਧੀ ਚੰਦ ਦੀ, ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਵਰਗਿਆਂ ਦੀ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਐਸਾ ਹੈ ਇਹ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਦਾ ਨਾਮ। ਨਿਰੰਜਨ, ਮਾਇਆ ਕਾਲਖ ਤੋਂ ਰਹਿਤ, ਇਹ ਕਈ ਵਾਰੀ ਅਰਥ ਹੋ ਚੁੱਕਿਆ ਪਹਿਲਾਂ ਵੀ। ਇਹੋ ਜਿਹਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਮਾਇਆ ਕਾਲਖ ਤੋਂ ਰਹਿਤ, ਜੇ ਕੋ ਮਨ ਜਾਣੈ ਮਨ ਕੋਏ। ਮਹਾਰਾਜ ਕਹਿੰਦੇ ਜੇ ਕੋਈ ਮਨ ਦੇ ਵਿੱਚ ਇਹਦਾ ਮੰਨਣ ਕਰਨਾ ਜਾਣੇ ਨਾਮ ਦਾ, ਜਿਹਦਾ ਮਨ ਮੰਨ ਜਾਏ ਨਾਮ ਦੇ ਉੱਤੇ, ਜਦ ਤੱਕ ਆਪਣਾ ਮਨ ਨਹੀਂ ਮੰਨਦਾ ਅੰਮ੍ਰਿਤ ਉੱਤੇ, ਉਦੋਂ ਤੱਕ ਆਪਾਂ ਅੰਮ੍ਰਿਤ ਨਹੀਂ ਛਕਦੇ। ਕਿਸੇ ਚੀਜ਼ ਉੱਤੇ ਮਨ ਮੰਨ ਗਿਆ ਤਾਂ ਆਪਾਂ ਉਹ ਕਰਮ ਕਰਦੇ ਹਾਂ। ਜਿਨ੍ਹਾਂ ਦਾ ਮਨ ਨਾਮ ਦੇ ਵਿੱਚ ਮੰਨ ਗਿਆ, ਵੀ ਮੇਰਾ ਮਨ ਨਾਮ ਵਿੱਚ ਮੰਨ ਗਿਆ ਕਿ ਨਾਮ ਬੜੀ ਵੱਡੀ ਸ਼ਕਤੀ ਹੈ, ਨਾਮ ਦੇ ਨਾਲ ਇਉਂ ਹੋ ਜਾਂਦਾ ਹੈ, ਨਾਮ ਦੇ ਨਾਲ ਇਉਂ ਹੋ ਜਾਂਦਾ ਹੈ, ਉਹ ਬੰਦਿਆਂ ਨੂੰ ਫਿਰ ਨਾਮ ਦੇ ਜਦੋਂ ਗਿਆਨ ਹੋ ਜਾਂਦਾ, ਫਿਰ ਜਦੋਂ ਨਾਮ ਦੀ ਤਾਕਤ ਦਾ ਪਤਾ ਲੱਗਦਾ ਹੈ, ਜਦੋਂ ਨਾਮ ਦਾ ਪਤਾ ਲੱਗ ਗਿਆ ਕਿ ਨਾਮ ਨੇ ਸ੍ਰਿਸ਼ਟੀ ਰਚੀ ਹੈ, ਨਾਮ ਨੇ ਮੈਨੂੰ ਸਭ ਕੁਝ ਦਿੱਤਾ ਹੈ, ਅੱਜ ਜੋ ਮੈਂ ਬੋਲਦਾ ਹਾਂ ਇਹ ਨਾਮ ਕਰਕੇ ਬੋਲਦਾ ਹਾਂ, ਸੁਣਦਾ ਹਾਂ ਨਾਮ ਕਰਕੇ ਸੁਣਦਾ ਹਾਂ, ਜੋ ਕੁਝ ਹੈ ਸਭ ਨਾਮ ਕਰਕੇ ਜੇਤਾ ਕੀਤਾ ਤੇਤਾ, ਨਾਉ ਮਿਣ ਨਾਵੈ ਨਾਹੀ ਕੋ ਥਾਉ। ਜਦੋਂ ਇੰਨਾ ਗਿਆਨ ਹੋ ਜਾਂਦਾ ਬੰਦੇ ਨੂੰ ਕਿ ਨਾਮ ਇੰਨਾ ਵੱਡਾ ਹੈ, ਤਾਂ ਉਹ ਆਪੇ ਆਖਣ ਲੱਗ ਪੈਂਦਾ ਹੈ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ। ਹੁਣ ਮਹਾਰਾਜ ਕਹਿੰਦੇ ਜੇ ਕੋਈ ਮੰਨਣ ਕਰਨਾ ਜਾਣੇ ਮਨ ਦੇ ਵਿੱਚ, ਜੇ ਕੋਈ ਉਹ ਚਾਹੁੰਦਾ ਕਿ ਮੈਂ ਪਰਮੇਸ਼ਰ ਦੇ ਦਰਸ਼ਨ ਕਰਾਂ, ਜਾਂ ਕੋਈ ਮਨ ਦੇ ਅੰਦਰ ਦੇਖਣਾ ਚਾਹੁੰਦਾ ਹੈ, ਚਾਹੋ ਐਸੇ ਨਾਮ ਦਾ ਸ਼ਰਵਣ ਕਰਕੇ, ਉਹਦਾ ਮੰਨਣ ਕਰਕੇ, ਉਹਦਾ ਨਿਧਿਆਸਣ ਕਰਕੇ, ਕਮਾਈ ਕਰਕੇ, ਫਿਰ ਉਹ ਪਰਮੇਸ਼ਰ ਨੂੰ ਜਾਣ ਸਕਦਾ। ਇਸ ਤਰ੍ਹਾਂ ਕੱਲਾ ਇਹ ਨਹੀਂ ਕਿ ਵਾਹਿਗੁਰੂ ਵਾਹਿਗੁਰੂ ਕਰ ਲਿਆ, ਪਹਿਲਾਂ ਮੂੰਹ ਨਾਲ ਵਾਹਿਗੁਰੂ ਕਹਿਣਾ, ਕੰਨਾਂ ਨਾਲ ਸੁਣਨਾ, ਮਨ ਨਾਲ ਵਿਚਾਰ ਕਰਨਾ, ਕਿੰਨਾ ਕੁ ਵੱਡਾ ਹੈ ਵਾਹਿਗੁਰੂ। ਪਰ ਇਹਦੇ ਵਾਸਤੇ ਕਥਾ ਸੁਣਨ ਦੀ ਬਹੁਤ ਲੋੜ ਪੈਂਦੀ, ਬਾਣੀ ਪੜ੍ਹਨ ਦੀ ਲੋੜ ਪੈਂਦੀ ਹੈ। ਹੁਣ ਜ਼ਿਆਦਾ ਆਪਾਂ ਨੂੰ ਪਤਾ ਹੀ ਨਹੀਂ ਕਿ ਵਾਹਿਗੁਰੂ ਇੱਕ ਓੰਕਾਰ, ਪਹਿਲਾਂ ਨਹੀਂ ਸੀ ਗਿਆਨ, ਉਦੋਂ ਆਪਾਂ ਸੁਭਾਵਕ ਇੱਕ ਓੰਕਾਰ ਨੂੰ ਦੇਖ ਕੇ ਇੰਨਾ ਕਰੰਟ ਨਹੀਂ ਲੱਗਦਾ। ਜਦੋਂ ਇੱਕ ਓੰਕਾਰ ਦੇ ਅਰਥ ਸੁਣੀ ਗਏ ਆਪਾਂ, ਹੁਣ ਆਪਾਂ ਨੂੰ ਇੱਕ ਓੰਕਾਰ ਬਹੁਤ ਵੱਡਾ ਲੱਗਦਾ। ਇਹ ਦੇਖੋ ਓੰਕਾਰ ਵਾਹਿਗੁਰੂ ਦੇ ਅੱਖਰ ਛੋਟੇ ਨਹੀਂ ਹਨ ਕਿਤੇ। ਜੋ ਜਪਜੀ ਸਾਹਿਬ, ਮੈਂ ਹਰੇਕ ਬੰਦਾ ਕਹਿਣਾ ਮੈਂ ਤਾਂ ਜਪਜੀ ਸਾਹਿਬ ਊਂ ਹੀ ਪੜ੍ਹਦਿਆਂ ਸੌਖਾ ਹੀ। ਹੁਣ ਕਹਿੰਦੇ ਨਹੀਂ, ਜਪਜੀ ਸਾਹਿਬ ਬਹੁਤ ਔਖਾ, ਜਾਪ ਸਾਹਿਬ ਸੌਖਾ। ਹਲੇ ਜਾਪ ਸਾਹਿਬ ਤਾਂ ਬਹੁਤੇ ਤੋਂ ਬਹੁਤ 6 ਕੈਸਟਾਂ ਬਣੀਆਂ ਅਰਥਾਂ ਦੀਆਂ, ਤੇ ਜਪਜੀ ਸਾਹਿਬ ਦੀਆਂ ਭਾਵੇਂ 100 ਵੀ ਬਣਾ ਲਈਏ ਤਾਂ ਵੀ ਥੋੜੀਆਂ ਨੇ, ਕਿਉਂਕਿ ਇਹਦਾ ਵਿਸਥਾਰ ਬਹੁਤ ਜ਼ਿਆਦਾ ਹੈ।
ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਅਰਥਾਂ ਨੂੰ ਸ਼ਰਵਣ ਕਰਦੇ ਆਂ ਉਨਾ ਹੀ ਆਪਣੇ ਮਨ ਦੇ ਅੰਦਰ ਜਪਜੀ ਸਾਹਿਬ ਪ੍ਰਤੀ ਸਤਿਕਾਰ ਬਣਦਾ ਹੈ। ਸਤਿਕਾਰ ਦੇ ਨਾਲ ਫਿਰ ਜਪਜੀ ਸਾਹਿਬ ਦੇ ਅਰਥਾਂ ਦੀ ਵਿਚਾਰ ਕਰਦੇ ਆਂ, ਵਿਚਾਰ ਕਰਦਿਆਂ ਫਿਰ ਆਪਣੇ ਮਨ ਦੇ ਅੰਦਰ ਭਾਵਨਾ ਬਣ ਕੇ ਇਕਾਗਰਤਾ ਪ੍ਰਾਪਤ ਹੁੰਦੀ ਹੈ। ਸੋ ਵਾਹਿਗੁਰੂ ਮੰਤਰ ਪ੍ਰਤੀ ਵੀ ਆਪਣੇ ਮਨ ਦੇ ਅੰਦਰ ਪ੍ਰੇਮ ਹੋ ਜਾਏ, ਜੇ ਭਾਵਨਾ ਬਣ ਜਾਏ ਤਾਂ ਮਨ ਦੀ ਇਕਾਗਰਤਾ ਹੋ ਸਕਦੀ ਹੈ ਕਿ ਜਿਹਦਾ ਨਾਂ ਲੈਂਦੇ ਆ ਉਹ ਬਹੁਤ ਵੱਡਾ ਹੈ, ਕਿ ਛੋਟੇ ਜਿਹੇ ਦਾ ਨਾਂ ਨਹੀਂ। ਆਮ ਬੰਦੇ ਜਿਹੜੇ ਨੇ ਸੰਸਾਰੀ ਜੇ, ਉਹ ਆਪਣੇ ਮਾੜੇ ਮੋਟੇ ਅਹੁਦੇਦਾਰ ਨੂੰ ਕਿਸੇ ਨੂੰ ਵੱਡਾ ਕਹੀ ਜਾਣਗੇ, ਫਲਾਨਾ ਆ ਗਿਆ, ਫਲਾਨਾ ਚਲਿਆ ਗਿਆ, ਉਹਨਾਂ ਦੇ ਮਨ ਦੇ ਉੱਤੇ ਉਹਨਾਂ ਦਾ ਹੀ ਪ੍ਰਭਾਵ ਬਣਿਆ ਹੋਇਆ। ਪਰ ਜਿਨ੍ਹਾਂ ਦੇ ਮਨ ਦੇ ਉੱਤੇ ਵਾਹਿਗੁਰੂ ਦਾ ਪ੍ਰਭਾਵ ਬਣ ਜਾਂਦਾ ਹੈ ਕਿ ਵਾਹਿਗੁਰੂ ਕਿੱਡਾ ਕੁ ਵੱਡਾ ਹੈ, ਉਹ 24 ਘੰਟੇ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਨੇ, ਕਿਉਂਕਿ ਉਹਨਾਂ ਦੇ ਭਾਣੇ ਦੁਨੀਆ ਤਾਂ ਹੈ ਹੀ ਨਹੀਂ। ਬਸ ਉਹਨਾਂ ਨੂੰ ਤਾਂ ਇੱਕੋ ਹੀ ਚੀਜ਼ ਨਜ਼ਰ ਆਉਂਦੀ ਹੈ ਸਾਰੇ ਪਾਸੇ, ਵਾਹਿਗੁਰੂ 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 ਵਾਹਿਗੁਰੂ। ਉਮੀਦ ਕਰਦਾ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਲਈ ਹੋਏਗੀ ਤੇ ਸਾਰੇ ਇੱਦਾਂ ਹੀ ਸਪੋਰਟ ਕਰਦੇ ਰਹੋ, ਆਪਣਾ ਪਿਆਰ ਦਿੰਦੇ ਰਹੋ ਵੀਡੀਓਜ਼ ਨੂੰ, ਤੇ ਬਾਣੀ ਸੁਣਨ ਲਈ ਸਬਸਕ੍ਰਾਈਬ ਕਰਿਓ ਤੇ ਨੋਟੀਫਿਕੇਸ਼ਨ ਔਨ ਕਰ ਲਿਓ, ਕਮੈਂਟ ਕਰਿਓ। ਅਗਰ ਕਿਸੇ ਨੇ ਸੁਜੈਸ਼ਨ ਦੇਣੀ ਹੋਵੇ ਤਾਂ ਕਮੈਂਟ ਦੇ ਵਿੱਚ ਦੇ ਸਕਦਾ ਜੀ। ਤੇ ਜਪਜੀ ਸਾਹਿਬ ਦੀ ਵਿਆਖਿਆ ਦੀ ਸੀਰੀਜ਼ ਤੋਂ ਬਾਅਦ ਮੈਂ ਇੱਕ ਨਵੀਂ ਸੀਰੀਜ਼ ਲੈ ਕੇ ਆਉਂਗਾ ਜੀ, ਜੋ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਘੁਮਾਵਾਂਗੇ, ਨਾਲੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ, ਨਾਲੇ ਇਤਿਹਾਸ ਦੱਸਾਂਗੇ ਜੀ। ਠੀਕ ਹੈ ਜੀ, ਤੇ ਬਸ ਆਹੀ ਹੈ ਜੀ ਅੱਜ ਦੀ ਵੀਡੀਓ। ਧੰਨਵਾਦ ਜੀ, ਨੈਕਸਟ ਵੀਡੀਓ 'ਚ ਮਿਲਦੇ ਹਾਂ।